ਇੱਕ ਦਿਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਵਾਨ ਵੱਲ ਆ ਰਹੇ ਸਨ ਕਿ ਰਾਸਤੇ ਵਿੱਚ ਇੱਕ ਵਿਅਕਤੀ ਕੰਧ ਲਿੰਬ ਰਿਹਾ ਸੀ। ਉਸ ਪਾਸੋਂ ਗਾਰੇ ਦੀਆਂ ਛਿੱਟਾਂ ਆਪ ਜੀ ਦੇ ਜਾਮੇ ਉੱਤੇ ਜਾ ਪਈਆਂ। ਆਪ ਜੀ ਨੇ ਹੁਕਮ ਦਿੱਤਾ ਕਿ ਇਸ ਲਪਾਈ ਕਰਨ ਵਾਲੇ ਨੂੰ ਇੱਕ ਤਮਾਚਾ ਮਾਰੋ। ਆਪ ਜੀ ਦਾ ਇਹ ਹੁਕਮ ਸੁਣ ਕੇ ਕਈ ਸਿੱਖਾਂ ਨੇ ਭੱਜ ਕੇ ਉਸ ਨੂੰ ਤਮਾਚੇ ਜਾ ਮਾਰੇ, ਜਿਸ ਕਰਕੇ ਉਹ ਲੇਪਣੀ ਸਿੰਘ ਵਿਚਾਰਾ ਬੇਹੋਸ਼ ਹੋ ਗਿਆ। ਗੁਰੂ ਜੀ ਨੇ ਸਿੱਖਾਂ ਦੀ ਇਸ ਗੱਲ ਦਾ ਬਹੁਤ ਬੁਰਾ ਮਨਾਇਆ। ਆਪ ਜੀ ਨੇ ਸਭ ਸੰਗਤ ਨੂੰ ਸੰਬੋਧਨ ਕਰਕੇ ਆਖਿਆ ਕਿ ਇਹ ਗੁਰੂ ਕਾ ਸਿੱਖ ਹੈ, ਇਸ ਦੇ ਕੇਸਾਂ ਉੱਤੇ ਤੁਸਾਂ ਧੱਫੇ ਮਾਰੇ ਹਨ। ਇਹ ਬਹੁਤ ਬੁਰਾ ਕੀਤਾ ਹੈ। ਇਹ ਕੇਸ ਗੁਰੂ ਕਾ ਬਾਣਾ ਹੈ। ਜੋ ਇਸ ਨੂੰ ਹੱਥਾਂ ਨਾਲ ਤਾੜੇਗਾ, ਭਾਵ ਬੇਅਦਬੀ ਕਰੇਗਾ, ਉਹ ਗੁਰੂ ਜੀ ਦਾ ਵੈਰੀ ਹੋਵੇਗਾ। ਅਸਾਂ ਇੱਕ ਸਿੱਖ ਨੂੰ ਤਮਾਚਾ ਮਾਰਨ ਦਾ ਹੁਕਮ ਦਿੱਤਾ ਸੀ, ਪਰ ਤੁਸਾਂ ਸਾਰਿਆਂ ਨੇ ਹੀ ਇੱਕ ਤਮਾਚਾ ਮਾਰ ਦਿੱਤਾ ਹੈ। ਗੁਨਾਹ ਉਸ ਦਾ ਥੋੜਾ ਸੀ, ਪਰ ਉਸ ਨੂੰ ਮਾਰ ਬਹੁਤ ਪੈ ਗਈ ਹੈ। ਇਹ ਵੀ ਤੁਹਾਡਾ ਸਿੱਖ ਭਾਈ ਸੀ, ਤੁਸਾਂ ਇਸ ਨਾਲ ਚੰਗਾ ਨਹੀਂ ਕੀਤਾ। ਇਸ ਕਰਕੇ ਜੇ ਤੁਸੀਂ ਸਾਰੇ ਹੀ ਗੁਰੂ ਦੇ ਹੁਕਮ ਨੂੰ ਮੰਨਦੇ ਹੋ, ਅਸੀਂ ਹੁਕਮ ਦਿੰਦੇ ਹਾਂ ਕਿ ਇਸ ਸਿੱਖ ਨੂੰ ਕੋਈ ਇੱਕ ਸਿੱਖ ਆਪਣੀ ਲੜਕੀ ਦਾ ਡੋਲਾ ਦੇ ਦੇਵੇ। ਗੁਰੂ ਜੀ ਦਾ ਹੁਕਮ ਸੁਣ ਕੇ ਸਭ ਸੰਗਤ ਚੁੱਪ ਹੋ ਗਈ। ਚੁੱਪ ਹੋਈ ਸੰਗਤ ਨੂੰ ਵੇਖ ਕੇ ਗੁਰੂ ਜੀ ਨੇ ਕਿਹਾ, ਭਾਈ ਸਿੱਖੋ, ਗੁਰੂ ਦਾ ਸਿੱਖ ਤਦ ਹੀ ਹੋ ਸਕਦਾ ਹੈ ਜੇ ਗੁਰੂ ਜੀ ਦੇ ਸਾਰੇ ਹੁਕਮ ਮੰਨੇ, ਪਰ ਤੁਸੀਂ ਮਤਲਬ ਦੇ ਸਿੱਖ ਹੋ। ਤੁਹਾਤੋਂ ਸਿੱਖੀ ਦੂਰ ਹੈ। ਤੁਸੀਂ ਕੇਵਲ ਗੁਰੂ ਦਾ ਬਾਣਾ ਧਾਰਨ ਮਾਤਰ ਸਿੱਖ ਹੋ। ਗੁਰੂ ਜੀ ਦੇ ਇਹ ਉਪਾਲ ਲੰਬਮਈ ਵਾਕ ਸੁਣ ਕੇ ਕੰਧਾਰ ਦੇ ਇੱਕ ਸਿੱਖ ਅਜੈਬ ਸਿੰਘ ਨੇ ਆਪਣੀ ਲੜਕੀ ਹਾਜ਼ਰ ਕਰਕੇ ਕਿਹਾ, ਲਓ ਗੁਰੂ ਜੀ, ਮੇਰੀ ਕੰਨਿਆ ਹਾਜ਼ਰ ਹੈ। ਗੁਰੂ ਜੀ ਨੇ ਕਿਹਾ, ਸਿੱਖਾ ਤੂੰ ਨਿਹਾਲ ਹੈ, ਤੂੰ ਸਿੱਖੀ ਰੱਖ ਲਈ ਹੈ। ਉਧਰ ਲੇਪਣੀ ਸਿੰਘ ਨੇ ਕਿਹਾ, ਮੈਂ ਗਰੀਬ ਆਦਮੀ ਹਾਂ, ਮੈਂ ਸ਼ਾਦੀ ਨਹੀਂ ਕਰਨੀ। ਪਰ ਲੜਕੀ ਨੇ ਕਿਹਾ, ਗੁਰੂ ਜੀ ਦੇ ਬਚਨਾਂ ਅਨੁਸਾਰ ਮੇਰੇ ਪਿਤਾ ਨੇ ਮੈਨੂੰ ਇਸਤਰੀ ਦੇ ਰੂਪ ਵਿੱਚ ਤੁਹਾਡੇ ਅਰਪਣ ਕੀਤਾ ਹੈ। ਹੁਣ ਮੈਨੂੰ ਜੇ ਤੁਸੀਂ ਨਹੀਂ ਵਰੋਗੇ ਤਾਂ ਮੈਂ ਗੁਰੂ ਦੇ ਦਰਬਾਰ ਵਿੱਚ ਸੇਵਾਦਾਰਨੀ ਬਣ ਕੇ ਰਹਾਂਗੀ, ਇੱਧਰ ਉੱਧਰ ਕਿਤੇ ਨਹੀਂ ਜਾਵਾਂਗੀ। ਲੜਕੀ ਦਾ ਇਹ ਨਿਸ਼ਚਾ ਵੇਖ ਕੇ ਗੁਰੂ ਜੀ ਨੇ ਲੇਪਣੀ ਸਿੰਘ, ਜਿਸ ਦਾ ਨਾਂ ਕਾਨ ਸਿੰਘ ਸੀ, ਨੂੰ ਆਖਿਆ, ਭਾਈ ਕਾਨ ਸਿੰਘ, ਇਹ ਕੰਨਿਆ ਸੁਸ਼ੀਲ ਹੈ, ਸਾਡਾ ਬਚਨ ਮੰਨ ਕੇ ਇਸ ਨੂੰ ਵਿਆਹ ਲੈ। ਇਸ ਵਿੱਚੋਂ ਤੇਰੇ ਘਰ 5 ਪੁੱਤਰ ਹੋਣਗੇ, ਤੇਰਾ ਬੜਾ ਪਰਿਵਾਰ ਵਧੇਗਾ, ਸੁੱਖ ਪਾਵੇਂਗਾ। ਸਤਿਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਕਾਨ ਸਿੰਘ ਉਸ ਲੜਕੀ ਨਾਲ ਆਨੰਦ ਕਾਰਜ ਕਰਕੇ ਆਪਣੇ ਪਿੰਡ ਮਾਲਵੇ ਵਿੱਚ ਚਲਿਆ ਗਿਆ। ਇਹਨਾਂ ਦੇ ਘਰ ਗੁਰੂ ਜੀ ਦੇ ਵਰ ਅਨੁਸਾਰ ਸਿੱਖੀ ਸਿਦਕ ਵਾਲੇ 5 ਪੁੱਤਰ ਹੋਏ। ਇੱਕ ਦਿਨ ਕੁਝ ਸਿੱਖਾਂ ਨੇ ਮਿਲ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀਓ, ਲਾਂਗਰੀ ਸੰਗਤ ਨੂੰ ਪ੍ਰਸ਼ਾਦ ਇੱਕ ਵਾਰ ਥੋੜਾ ਥੋੜਾ ਵਰਤਾ ਕੇ ਫੇਰ ਨਹੀਂ ਦਿੰਦਾ। ਜੇ ਕੋਈ ਸਿੱਖ ਫੇਰ ਪ੍ਰਸ਼ਾਦ ਮੰਗੇ ਤਾਂ ਚੁੱਪ ਕਰ ਰਹਿੰਦਾ ਹੈ, ਬੋਲਦਾ ਹੀ ਨਹੀਂ, ਅਤੇ ਜੇ ਬੋਲਦਾ ਹੈ ਤਾਂ ਉਲਟਾ ਬੋਲਦਾ ਹੈ। ਸਾਰੀ ਸੰਗਤ ਚਾਹੁੰਦੀ ਹੈ ਕਿ ਤੁਸੀਂ ਲਾਂਗਰੀ ਨੂੰ ਤਕੜਾਈ ਕਰੋ ਕਿ ਸੰਗਤ ਨੂੰ ਭੁੱਖਾ ਨਾ ਰੱਖਿਆ ਕਰੇ, ਰੱਜ ਕੇ ਛਕਾਇਆ ਕਰੇ। ਸਤਿਗੁਰੂ ਜੀ ਹੱਸ ਕੇ ਕਹਿਣ ਲੱਗੇ, ਇਹ ਲਾਂਗਰੀ ਲੋਭੀ ਤੇ ਲਾਲਚੀ ਹੈ, ਨੀਅਤ ਦਾ ਭੁੱਖਾ ਹੋਣ ਕਰਕੇ ਕਦੀ ਰੱਜਦਾ ਨਹੀਂ। ਇਹ ਪਿਛਲੇ ਜਨਮ ਦਾ ਮਸੰਦ ਜਾਪਦਾ ਹੈ। ਜੋ ਗੁਰੂ ਕੀ ਦੇਗ ਹੈ ਉਹ ਵਾਹਿਗੁਰੂ ਦੀ ਦੇਗ ਹੈ। ਇਸ ਦੇਗ ਵਿੱਚ ਬਹੁਤਾ ਸਵਾਦ ਹੁੰਦਾ ਹੈ। ਇਸ ਗੁਰੂ ਕੀ ਦੇਗ ਨੂੰ ਜਿਹੜਾ ਨਹੀਂ ਛਕਦਾ ਉਹ ਗੁਰੂ ਦਾ ਸਿੱਖ ਨਹੀਂ ਹੈ। ਅੱਗੇ ਵਾਸਤੇ ਤੁਸੀਂ ਸਾਰੇ ਸਿੱਖ ਭਾਈ ਸੁਣ ਲਵੋ, ਜਿਹੜੀ ਅਸਾਂ ਰਹਿਤ ਦੱਸੀ ਹੈ ਉਹ ਧਾਰਨ ਕਰਕੇ ਪ੍ਰਸ਼ਾਦ ਤਿਆਰ ਕਰੋ, ਅਤੇ ਸਿੱਖ ਨੂੰ ਇਸ ਤਰ੍ਹਾਂ ਪਿਆਰ ਕਰਕੇ ਪ੍ਰਸ਼ਾਦ ਛਕਾਵੋਗੇ ਤਾਂ ਉਹ ਨਿਹਾਲ ਹੋ ਜਾਂਦਾ ਹੈ। ਉਸ ਨੂੰ ਕਦੇ ਕੋਈ ਕਸ਼ਟ ਨਹੀਂ ਹੁੰਦਾ। ਵਰਨ ਆਸ਼ਰਮ ਦੇ ਭਰਮ ਨੂੰ ਤਿਆਗ ਕੇ ਗੁਰੂ ਪੰਥ ਦੇ ਪ੍ਰੇਮੀ ਹੋ ਕੇ ਅਰਦਾਸ ਕਰਕੇ ਪ੍ਰਸ਼ਾਦ ਵਰਤਾਓ, ਅਤੇ ਪ੍ਰਸ਼ਾਦ ਛਕਣ ਵਾਲਾ ਤਰ ਪ੍ਰਸਾਦ ਆਖ ਕੇ ਛਕੇ। ਤ੍ਰਿਪਤ ਹੋ ਕੇ ਹੱਥ ਮੂੰਹ ਸਾਫ਼ ਕਰਕੇ ਚੁੱਲ੍ਹੇ ਦਾ ਅਰਦਾਸਾ ਕਰੇ ਅਤੇ ਪਵਿੱਤਰਤਾ ਦਾ ਸਦਾ ਖਿਆਲ ਰੱਖੇ। ਸਿੱਖਾਂ ਦੀ ਸੇਵਾ ਸਿੱਖ ਕਰੇ। ਪ੍ਰਸ਼ਾਦ ਛਕਣ ਵਾਸਤੇ ਪਾਸ ਬੈਠੇ ਸਿੱਖ ਨੂੰ ਪੰਗਤ ਵਿੱਚੋਂ ਨਾ ਉਠਾਵੇ, ਜੋ ਪੇਟ ਭਰ ਕੇ ਖਾ ਲਵੇ ਅਤੇ ਫਿਰ ਲੋਭ ਕਰੇ, ਅਥਵਾ ਸਿੱਖ ਦੇ ਘਰ ਲੜਕੀ ਆਦਿ ਨੂੰ ਮੰਦੀ ਨਜ਼ਰ ਨਾਲ ਵੇਖੇ ਤਾਂ ਉਹ ਸਿੱਖ ਅਵਸ਼ ਹੀ ਨਰਕ ਵਿੱਚ ਪਵੇਗਾ। ਮੈਂ ਉਸ ਦਾ ਸਹਾਈ ਨਹੀਂ ਬਣਾਂਗਾ। ਜੋ ਭੁੱਖੇ ਸਿੱਖ ਨੂੰ ਆਦਰ ਨਾਲ ਪ੍ਰਸ਼ਾਦ ਛਕਾਵੇ ਉਹ 100 ਜੱਗ ਕੀਤੇ ਦਾ ਫਲ ਪ੍ਰਾਪਤ ਕਰਦਾ ਹੈ। ਜੋ ਸਿੱਖ ਨੂੰ ਵਿੱਦਿਆ ਪੜ੍ਹਾਵੇ, ਨੰਗੇ ਸਿਰ ਨੂੰ ਕੱਪੜਾ ਦੇਵੇ, ਸਿੱਖ ਦਾ ਕੋਈ ਅੜਿਆ ਹੋਇਆ ਕਾਰਜ ਠੀਕ ਕਰ ਦੇਵੇ, ਉਸ ਨੂੰ ਜਮਾਂ ਦਾ ਦੁੱਖ ਨਹੀਂ ਲੱਗੇਗਾ। ਇੱਕ ਦਿਨ ਸਤਿਗੁਰੂ ਜੀ ਦੀਵਾਨ ਵਿੱਚ ਬੈਠੇ ਸਨ ਤੇ ਰਾਗੀ ਬਲਾਵਲ ਦੀ ਚੌਂਕੀ ਬੜੇ ਸੁੰਦਰ ਸੁਰਤਾਲ ਨਾਲ ਕਰ ਰਹੇ ਸਨ। ਸਾਰੀ ਸੰਗਤ ਨੇ ਰਾਗੀਆਂ ਨੂੰ ਵਾਹ-ਵਾਹ ਕਰਕੇ ਉਹਨਾਂ ਦੀ ਪ੍ਰਸ਼ੰਸਾ ਕੀਤੀ। ਇਸ ਨੂੰ ਸਤਿਗੁਰੂ ਜੀ ਨੇ ਸੁਣ ਕੇ ਉੱਚੀ ਦਿੱਤੀ ਆਖਿਆ, ਇਹਨਾਂ ਰਾਗੀਆਂ ਨੇ ਜੋ ਕਿਹਾ ਹੈ ਉਹ ਇਹ ਆਪਣੇ ਕਹਿਣੇ ਨੂੰ ਆਪ ਧਾਰਨ ਨਹੀਂ ਕਰਦੇ। ਇਸ ਪਰ ਸੰਗਤ ਨੇ ਬੇਨਤੀ ਕਰਕੇ ਪੁੱਛਿਆ,
ਸਤਿਗੁਰ ਜੀਓ, ਇਹ ਗੱਲ ਸਾਨੂੰ ਖੋਲ ਕੇ ਸਮਝਾਓ, ਅਸੀਂ ਸਮਝ ਨਹੀਂ ਸਕੇ। ਸਤਿਗੁਰੂ ਜੀ ਨੇ ਇਸ ਨੂੰ ਸਮਝਾਉਣ ਵਾਸਤੇ ਇੱਕ ਪਿੰਡ ਦੇ ਚੌਧਰੀ ਦੀ ਵਾਰਤਾ ਸੁਣਾਈ। ਇੱਕ ਚੌਧਰੀ ਆਪਣੇ ਖੇਤ ਵਿੱਚ ਗਿਆ। ਉਸਨੇ ਖੇਤੀ ਨੂੰ ਪਾਣੀ ਦੇਣ ਵਾਸਤੇ ਖੂਹ ਜੋੜਿਆ। ਪਾਣੀ ਲਾਉਣ ਵਾਸਤੇ ਉਸ ਕਹੀ ਇੱਕ ਕਿਆਰੇ ਪਾਸ ਰੱਖ ਦਿੱਤੀ। ਕਹੀ ਕੋਈ ਚੁੱਕ ਕੇ ਲੈ ਗਿਆ, ਚੌਧਰੀ ਨੂੰ ਲੱਭੀ ਨਾ। ਚੌਧਰੀ ਨੇ ਵਿਚਾਰਿਆ ਕਿ ਜੇ ਮੇਰੀ ਕਹੀ ਹੀ ਚੋਰੀ ਹੋ ਗਈ ਤਾਂ ਹੋਰਨਾਂ ਦੀ ਕੀ ਗੱਲ ਹੈ, ਉਹਨਾਂ ਦੀ ਚੋਰੀ ਕਿਉਂ ਨਾ ਹੋਵੇਗੀ। ਉਸਨੇ ਢੋਲਕੀ ਨੂੰ ਸੱਦ ਕੇ ਡੌਂਡੀ ਫਰਵਾ ਦਿੱਤੀ ਕਿ ਜਿਸ ਨੇ ਚੌਧਰੀ ਦੀ ਕਹੀ ਲਈ ਹੈ ਉਹ ਦੇ ਦੇਵੇ, ਪਰ ਕਹੀ ਕਿਤੋਂ ਨਾ ਮਿਲੀ। ਫਿਰ ਉਸਨੇ ਪਿੰਡ ਦੀ ਤਲਾਸ਼ੀ ਕਰਾਈ, ਕਹੀ ਫੇਰ ਵੀ ਨਾ ਮਿਲੀ। ਉਹ ਬੜਾ ਹੈਰਾਨ ਹੋਇਆ। ਫਿਰ ਇੱਕ ਮਨੁੱਖ ਨੇ ਕਿਹਾ, ਚੌਧਰੀ ਜੀ, ਇਸ ਢੋਲਚੀ ਦੇ ਘਰ ਦੀ ਤਲਾਸ਼ੀ ਵੀ ਲੈ ਲਵੋ ਜੇ ਕਹੀ ਮਿਲ ਜਾਵੇ। ਉਸ ਮਨੁੱਖ ਦੀ ਗੱਲ ਮੰਨ ਕੇ ਚੌਧਰੀ ਨੇ ਜਦ ਢੋਲਚੀ ਦਾ ਘਰ ਫੁਲਾਇਆ ਤਦ ਕਹੀ ਉਸ ਦੇ ਘਰ ਦੀ ਇੱਕ ਕੋਠੀ ਦੇ ਪਿੱਛੇ ਰੱਖੀ ਹੋਈ ਮਿਲ ਗਈ। ਚੌਧਰੀ ਨੇ ਕਿਹਾ, ਓਏ ਮੂਰਖ ਢੋਲਚੀ, ਤੂੰ ਸਾਰਿਆਂ ਨੂੰ ਢੋਲ ਵਜਾ ਕੇ ਕਹੀ ਦਾ ਢੰਡੋਰਾ ਦਿੱਤਾ, ਪਰ ਕਹੀ ਤੂੰ ਆਪਣੇ ਘਰ ਹੀ ਛੁਪਾਈ ਹੋਈ ਸੀ। ਕਿ ਆਪਣਾ ਢੰਡੋਰਾ ਤੈਨੂੰ ਆਪ ਨਾ ਸੁਣਿਆ ਗਿਆ? ਤੂੰ ਸਖਤ ਡੰਡ ਦਾ ਭਾਗੀ ਹੈ। ਇਹ ਆਖ ਕੇ ਚੌਧਰੀ ਨੇ ਉਸ ਨੂੰ ਯਥਾਯੋਗ ਸਜ਼ਾ ਦੇ ਕੇ ਛੱਡ ਦਿੱਤਾ। ਇਸੇ ਤਰ੍ਹਾਂ ਹੀ ਰਾਗੀ, ਪੰਡਤ ਅਤੇ ਜੋਸ਼ੀ ਦੂਸਰਿਆਂ ਨੂੰ ਸੁਣਾਉਂਦੇ ਹਨ, ਪਰ ਆਪ ਨਹੀਂ ਕਮਾਉਂਦੇ। ਜਿਵੇਂ ਰਾਸਤਾ ਪੁੱਛਣ ਵਾਲਾ ਪੁੱਛ ਕੇ ਅੱਗੇ ਪਹੁੰਚ ਜਾਂਦਾ ਹੈ, ਪਰ ਦੱਸਣ ਵਾਲਾ ਉੱਥੇ ਹੀ ਰਹਿ ਜਾਂਦਾ ਹੈ, ਤਿਵੇਂ ਹੀ ਇਹ ਰਾਗੀ, ਪੰਡਤ ਤੇ ਜੋਸ਼ੀ ਹਨ ਜੋ ਦੂਸਰਿਆਂ ਨੂੰ ਦੱਸਦੇ ਹਨ, ਉਸ ਪਰ ਆਪ ਅਮਲ ਨਹੀਂ ਕਰਦੇ। ਪੁੱਛਣ ਵਾਲਾ ਜਗਿਆਸੂ ਹੈ, ਉਹ ਅਮਲ ਕਰਦਾ ਹੈ, ਪਰ ਦੱਸਣ ਵਾਲਾ ਰੁਜ਼ਗਾਰੀਆ ਹੈ ਤੇ ਅਮਲ ਨਹੀਂ ਕਰਦਾ। ਜਦ ਤੱਕ ਆਪ ਨੂੰ ਸ਼ਾਂਤੀ ਦੀ ਪ੍ਰਾਪਤੀ ਨਹੀਂ ਹੁੰਦੀ ਤਦ ਤੱਕ ਕਹਿਣਾ ਬੇਅਰਥ ਹੈ। ਜਿਨ੍ਹਾਂ ਨੂੰ ਸੱਚਾ ਗੁਰੂ ਮਿਲੇਗਾ ਉਹ ਬਖਸ਼ੇ ਜਾਣਗੇ, ਪਰ ਇਸ ਗੱਲ ਨੂੰ ਉਹੀ ਸਮਝਣਗੇ ਜਿਨ੍ਹਾਂ ਦੇ ਪੂਰਬਲੇ ਪੁੰਨ ਕਰਮ ਬਹੁਤ ਹੋਣਗੇ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।